दोए कर जोड़ मांगू एक दाना, साहिब तुठै पावा। सास सास नानक आराधै, आठ पहर गुण गावा। सास सास नानक आराधै, आठ पहर गुण गावा। परम सन्मानयोग जुगो जुगा टल सतगुरु धन धन श्री गुरु ग्रंथ साहिब जी महाराज सच्चे पातशाह जी के हजूर महापुरखों वालों बख्शे हुए स्थान गुरुद्वारा नानक साहिब की धरती ते नानकसर साहिब की धरती ते सालाना समागमां की लड़ी विच रात्रि दे सजे विशेष जीवानां की हाज़री भरदिया जुड़ बैठे गुरु के साजी अते नवाजी साध संगत जीओ, आप जी ने वख-वख जत्थियां पासों हर जस बाणी दे कीर्तन विचारां श्रवण कीतियां हन। जिथे संगतां बड़ी वड्डी तादाद विच आप पंडाल विच सजे हो, उत्थे नाल ही लाइव चैनलों पर भी आप संगतां घर बैठियां देशां विदेशां विच आनंद माण रहीआं हो। बाबा जी का चैनल श्री पुचो साहिब तो लाइव चल रहा है। मेरे सत्कारयोग वीर जी सुखविंदर सिंह जी रंधावा उन्हां दे चैनल निर्मल बाणी तो भी लाइव है। वीर जी होरां दा भी बहुत बहुत धन्नवाद है। सतगुरु पातशाह दे बड़े प्यारे सेवक ने, बाबा जी दे बहुत प्यारे हैं। जिथे महान जप तप प्रारंभ खन साध संगत जी, उत्थे अज साडे सत्कारयोग महापुरख संत बाबा सुखदेव सिंह जी वो साडे विच नहीं पहुँच पाए। कुदरत दे कुछ नेम हुंदे है, ਇਹਦੇ ਵਿੱਚ भी कोई महापुरखों की बड़ी वड्डी रजा होंदी है। आप सबनों पता है बीती रात तकरीबन अमृत वेले महापुरखों का बड़ा भयानक एक्सीडेंट होया है और बाबा जी इस वेले दिल्ली हॉस्पिटल में एडमिट हैं। मैनूं संत बाबा गुरमीत सिंह जी दस रहे सी कि वार वार गल कल यही कर रहे सी भी लाइव चल रहा है, उन्हां दी सुरती बिरती इत्थे ही सी। आपां संगतां ने उन्हां नूं दूर नहीं जानना, वो साडे विच ही इत्थे मौजूद ने। नाल ही महापुरखां दी सेहतयाबी वास्ते सिमरन करना है और अरदास करनी है कि महापुरख जल्द ठीक हो करके
ਸੰਗਤਾਂ ਨੂੰ ਗੁਰਮਤਿ ਉਪਦੇਸ਼ ਨਾਲ ਜੋੜਨ। ਆਓ ਸਾਧ ਸੰਗਤ ਜੀ, ਮੈਂ ਆਪ ਜੀ ਨਾਲ ਇਹ ਜਿਹੜੇ 1-2 ਰੋਜ਼ ਦੇ ਸਮਾਗਮ ਹਨ, 2 ਵਿਸ਼ੇ ਸਾਂਝੇ ਕਰਨੇ ਚਾਹੁੰਦਾ। ਇੱਕ ਤੇ ਬਾਬੇ ਮਹਾਂਪੁਰਖ ਸਤਿਪੁਰਖ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਇਹ ਸਮਾਗਮ ਹੁੰਦੇ ਹੈ। ਮਹਾਂਪੁਰਖ ਸਤਿਪੁਰਖ ਬੰਦਗੀ ਹਿਤ ਆਉਂਦੇ ਆ, ਨਾਮ ਜਪਾਉਂਦੇ ਆ। ਔਰ ਦੂਜਾ ਵਿਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ। ਪਿਛਲੇ ਦਿਨੀ ਉਹਨਾਂ ਦਾ ਗੁਰਤਾ ਗੱਦੀ ਦਿਵਸ ਸੀ, ਤਾਂ ਮੈਂ ਵਿਚਾਰ ਰਿਹਾ ਸੀ ਘਾਲਣਾ ਬਿਲਕੁਲ ਅੱਜ ਵਾਂਗੂ ਸਮ ਨਜ਼ਰ ਪੈਂਦੀ ਹੈ, ਬਰਾਬਰ ਹੀ ਨਜ਼ਰ ਆਉਂਦੀ ਹੈ। ਜਿੱਥੇ ਮਹਾਂਪੁਰਖ ਪਰਉਪਕਾਰ ਹਿਤ ਆਉਂਦੇ ਹੈ, ਸੇਵਾ ਤੇ ਸਿਮਰਨ ਦੇ ਮੁਜੱਸ਼ਮੇ ਹੁੰਦੇ ਹੈ, ਉੱਥੇ ਨਾਲ ਹੀ ਨਾਲ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਨੂੰ ਤੱਕੋ। ਜਿਹੜੀ ਘਾਲਣਾ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਨੇ ਘਾਲੀ ਹੈ, ਐਸੇ ਸੇਵਕਾਨ ਬਹੁਤ ਘੱਟ ਮਿਲਦੇ, ਅੱਜ ਨਹੀਂ ਹਨ। ਗੁਰੂ ਸਾਹਿਬਾਂ ਨੇ ਸਾਨੂੰ ਕਰਕੇ ਵਿਖਾਇਆ ਬੰਦਗੀ ਆ ਹੁੰਦੀ ਹੈ, ਆਹ ਸੇਵਾ ਹੁੰਦੀ, ਆਹ ਸਿਮਰਨ ਹੁੰਦਾ ਹੈ। ਆਓ ਗੁਰੂ ਸਾਹਿਬ ਜਿਵੇਂ ਸਮਤ ਬਖਸ਼ਿਸ਼ ਕਰਨਗੇ, ਵਿਚਾਰ ਨਾਲ ਜੁੜੀਏ। ਬੜੀ ਅਦੂ ਸਾਹਿਬ ਸਾਰੀ ਸੰਗਤ ਪੜ੍ਹਿਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਅੱਗੇ ਅੱਗੇ ਦਾਸ ਬੋਲੇਗਾ, ਪਿੱਛੇ ਪਿੱਛੇ ਉੱਚੀ ਆਵਾਜ਼ ਵਿੱਚ ਸਾਰੀ ਸੰਗਤ ਪੜ੍ਹਿਓ। ਇਸ ਵਾਸਤੇ ਤੁਸੀਂ ਜਾਗਦੇ ਰਹੋ, ਅਵੇਸਲੇ ਨਾ ਹੋਵੋ। ਮੇਰੀਆਂ ਭੈਣਾਂ, ਬੀਬੀਆਂ, ਮਾਵਾਂ, ਬੜੀ ਵੱਡੀ ਤਾਦਾਦ ਵਿੱਚ ਸੰਗਤਾਂ ਬੈਠੀਆਂ, ਦਰਵੀਰ ਵੀ, ਬਜ਼ੁਰਗ, ਨਿੱਕੇ, ਸਾਰੀ ਉੱਚੀ ਆਵਾਜ਼ ਵਿੱਚ ਪੜ੍ਹਿਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਫਿਰ ਆਪਾਂ ਗੁਰੂ ਬਚਨਾਂ ਦੀ ਪ੍ਰਰੰਭਤਾ ਕਰੀਏ। ਬੜੇ ਪਿਆਰ ਸੇ ਪੜ੍ਹੋ। ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਉੱਚੀ ਆਵਾਜ਼ 'ਚ ਪੜ੍ਹੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਪਰਉਪਕਾਰੀ ਆਏ ਜਨ ਪਰਉਪਕਾਰੀ ਆਏ, ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਜੀ। ਪਰਉਪਕਾਰੀ ਜੀ ਪਰਉਪਕਾਰੀ
पर उपकारी आए जन पर उपकारी आए, पर उपकारी आए जन पर उपकारी आए जी, पर रब दे प्यारे परोपकार हितम दे उन्हां दा आउण दा प्रयोजन कोई होर नहीं हुंदा, ਉਹ ਇੱਕ ਨਾਮ ਵਿੱਚ ਜੁੜੇ ਹੁੰਦੇ ਐ, ਇੱਕ ਭਾਉ ਟਹਿਲ ਉਹ ਆਪ ਕਮਾਉਂਦੇ ਐ, ਇਹ ਦੁਨੀਆ ਨੂੰ ਦੱਸਣ ਆਉਂਦੇ। ਪਰ ਦੁਨੀਆ ਵਿੱਚ ਬਹੁਤਾਤ ਐਸਾ ਵੇਖਿਆ ਜਿਹੜੇ ਆਪ ਕੁਝ ਨਹੀਂ ਕਰਦੇ ਉਹ ਸਤਿਪੁਰਸ਼ਾਂ ਦੀ ਨਿੰਦਿਆ ਕਰਨਗੇ। ਅਸੀਂ ਇੱਕ ਬਚਨ ਪੜ੍ਹਦੇ ਹਾਂ ਭਗਤ ਕਬੀਰ ਸਾਹਿਬ ਜੀ ਦਾ, ਉਹ ਕਹਿੰਦੇ ਵੇਖੋ ਦੁਨੀਆ ਦੀ ਖੇਡ ਕੈਸੀ ਹੈ, ਆਪ ਨਾ ਦੇਹ ਚੁਰੂ ਪਰ ਪਾਨੀ, ਤੇ ਨਿੰਦੇ ਜਿਹ ਗੰਗਾ ਆਨੀ। ਆਪ ਇੱਕ ਚੁਲੀ ਦੀ ਪਾਣੀ ਦੀ ਕਿਸੇ ਨੂੰ ਨਹੀਂ ਦੇ ਸਕਦੇ, ਤੇ ਨਿੰਦਿਆ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਗੰਗਾ ਵਹਾ ਦਿੱਤੀ। ਜਿਨ੍ਹਾਂ ਨੇ ਗੰਗਾ ਵਹਾ ਦਿੱਤੀ, ਨਿੰਦਿਆ ਉਹਨਾਂ ਦੀ ਕਰਦੇ। ਰੱਬ ਦੇ ਪਿਆਰਿਆਂ ਦੀ ਸੰਗਤ ਜੋੜਦੀ ਹੈ, ਕਲਿਆਣਤਾ ਕਰਦੀ ਹੈ। ਇੱਥੇ ਰੋਜ਼ ਅਰਦਾਸ ਹੁੰਦੀ ਹੈ, ਅਰਦਾਸ ਕਰਨ ਤੋਂ ਬਾਅਦ ਇੱਕ ਬਚਨ ਪੜ੍ਹਿਆ ਜਾਂਦਾ ਹੈ, ਅੰਤਲੇ ਸ਼ਬਦ ਹੁੰਦੇ ਨੇ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾ। ਐ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਆਪਣੇ ਪਿਆਰਿਆਂ ਨੂੰ ਮਿਲੋ ਜਿਨ੍ਹਾਂ ਨੂੰ ਮਿਲਣ ਦਾ ਸਦਕਾ ਤੁਹਾਡਾ ਨਾਮ ਚਿਤਾਵੇ, ਤੁਹਾਡੇ ਚਰਨਾਂ ਨਾਲ ਭਾਉ ਟਹਿਲ ਬਣੇ, ਪ੍ਰੇਮ ਬਣੇ। ਤੇ ਰੱਬ ਦੇ ਪਿਆਰੇ ਇਹੋ ਜਿਹਾ ਪਰਉਪਕਾਰ ਕਰਦੇ ਸਾਧੂ ਜਨ, ਮਹਾਤਮਾ ਪੁਰਖ, ਫਕੀਰ, ਰੰਦੀਆਂ ਹੋਈਆਂ ਰੂਹਾਂ ਦਰਵੇਸ਼ ਜਿਹੜੇ ਨੇ, ਉਹਨਾਂ ਆਪ ਜਪਿਆ ਹੁੰਦਾ, ਉਹ ਦੁਨੀਆ ਨੂੰ ਦੱਸਦੇ। ਪਰ ਹੁਣ ਜਿਨ੍ਹਾਂ ਦੇ ਭਾਗ ਹੀ ਮੰਦੇ ਹਨ, ਉਹ ਕਿਵੇਂ ਉਹਨਾਂ ਕੋਲੋਂ ਕੁਝ ਹਾਸਲ ਕਰ ਲੈਣ। ਭਾਈ ਗੁਰਦਾਸ ਸਾਹਿਬ ਨੇ ਇੱਕ ਬੜੀ ਪਿਆਰੀ ਰਚਨਾ ਕਹੀ ਹੈ, ਆਪ ਜੀ ਨਾਲ ਸਾਂਝ ਕਰਾਂ। ਉਹ ਕਹਿੰਦੇ ਸੰਗਤ ਵਿੱਚ ਆਉਣਗੇ ਪਰ ਉਹਨਾਂ ਨੂੰ ਰੱਬ ਦੇ ਪਿਆਰਿਆਂ ਦਾ ਰਸ ਹੀ ਨਹੀਂ, ਉਹਨਾਂ ਨੂੰ ਪ੍ਰੇਮ ਹੀ ਨਹੀਂ। ਉਹ ਆਉਣਗੇ ਤੇ ਮਾੜੇ ਸ਼ਬਦ ਹੀ ਕਹਿਣਗੇ। ਰੱਬ ਦੇ ਪਿਆਰੇ ਬਾਣੀ ਨਾਲ ਜੋੜਨਗੇ, ਕਰਤਾਰ ਦੀ ਉਸਤਤ ਕਰਨਗੇ, ਪਰ ਉਹ ਉਹਨਾਂ ਦੇ ਵੱਸ ਦੀ ਬਾਤ ਨਹੀਂ। ਉਹ ਕਿੱਥੋਂ ਸੁਣ ਲੈਣ ਉਹਨੂੰ। ਭਾਉ ਟਹਿਲ ਤੇ ਤਾਂ ਕਰਨਗੇ ਜੇ ਮਨ ਗੁਰੂ ਨੂੰ ਦਈਏ। ਐਸੇ ਜਿਹੜੇ ਲੋਕ ਨੇ ਉਹ ਆਉਂਦੇ ਤੇ ਜ਼ਰੂਰ ਨੇ, ਲਾਹਾ ਕੋਈ ਨਹੀਂ ਖੱਟ ਕੇ ਜਾਂਦੇ। ਉਹਨਾਂ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਚੰਗੀ ਨਹੀਂ ਲੱਗਦੀ। ਪਹਿਲੀ ਗੱਲ ਤੇ ਆਉਂਦੇ ਨਹੀਂ, ਜੇ ਆ ਜਾਣ ਤੇ ਫਿਰ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਐਸੇ ਲੋਕ ਐਸੇ ਨੇ ਜਿਵੇਂ ਕੋਈ ਮਾਨ ਸਰੋਵਰ ਝੀਲ ਤੇ ਹੰਸ ਰਹਿੰਦੇ ਆ। ਮਾਨ ਸਰੋਵਰ ਝੀਲ ਹੈ, ਉਹਦੇ ਵਿੱਚ ਕੀਮਤੀ ਮੋਤੀ, ਹੀਰੇ ਨੇ, ਮਾਣਕ ਨੇ। ਹੰਸ ਉੱਥੇ ਰਹਿੰਦੇ, ਚੁੱਭੀਆਂ ਮਾਰ ਕੇ ਉਹਨਾਂ ਮੋਤੀਆਂ ਨੂੰ, ਰਤਨਾਂ ਨੂੰ ਚੁਗਦੇ ਆ। ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਸਾਹਿਬ ਕਹਿੰਦੇ ਜੇਕਰ ਬਗਲੇ ਨੂੰ ਲਿਜਾ ਕੇ ਕਿਤੇ ਮਾਨ ਸਰੋਵਰ ਝੀਲ ਤੇ ਬਿਠਾ ਦਈਏ, ਉਹਨੂੰ ਆਖੀਏ ਲੈ ਬਈ ਤੂੰ ਮੋਤੀ ਚੁਗ ਲਾ,
ਤੇ ਬਗਲੇ ਵਿੱਚ ਇਹ ਸ਼ਮਤਾ ਨਹੀਂ, ਉਹ ਮੋਤੀ ਛਕ ਸਕੇ। ਬਗਲਾ ਤੇ ਡੱਡੀਆਂ ਮੱਛੀਆਂ ਪਾਲੇਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹ ਤੇ ਡੱਡੀਆਂ ਮੱਛੀਆਂ ਦਾ ਗਾਹਕ ਹੈ, ਮੁਕਤੇ ਹੀਰੇ ਮੋਤੀ ਛੱਡ ਦਿੰਦਾ ਹੈ। ਉਹ ਤੇ ਡੱਡੀਆਂ ਮੱਛੀਆਂ ਲੱਭ ਲੱਭ ਖਾਏਗਾ। ਬੜਾ ਪਿਆਰਾ ਕਥਨ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਦੂਜੀ ਬਾਤ ਹੈ, ਲਵੇਰੀ ਦੇ ਥਣਾ ਵਿੱਚ ਅੰਮ੍ਰਿਤ ਦੁੱਧ ਹੈ। ਤੋ ਕੋਈ ਜੋਗ ਨੂੰ ਪਕੜ ਕੇ ਤੇ ਲਵੇਰੀ ਦੇ ਥਣਾ ਨਾਲ ਲਾ ਦੇ ਤੇ ਆਖੇ ਵੀ ਦੁੱਧ ਪੀ ਲਾ। ਆਪਾਂ ਪੇਂਡੂ ਕਿੱਤੇ ਨਾਲ ਸੰਬੰਧ ਰੱਖਣੇ ਆ, ਕਦੇ ਵੇਖਿਆ ਵੀ ਥਣ ਦੇ ਨਾਲ ਲੱਗੀ ਹੋਈ ਜੋਕ ਉਹਦੇ ਵਿੱਚੋਂ ਦੁੱਧ ਪੀ ਸਕੇ? ਵਾਨੇ ਨਾਲ ਤੇ ਲੱਗ ਗਈ, ਪਰ ਉਹਦੇ ਵਿੱਚੋਂ ਦੁੱਧ ਪੀਂਦੀ ਕਿਤੇ ਨਹੀਂ, ਉਹਦੇ ਖੂਨ ਚੂਸੇਗੀ। ਤੀਜੀ ਗੱਲ ਕਹੀ, ਜੇਕਰ ਮੱਖੀ ਨੂੰ ਸੁਗੰਧੀਦਾਰ ਪਦਾਰਥ ਹੋਣ ਤੇ ਉੱਥੇ ਬਿਠਾ ਦਿਓ। ਮੱਖੀ ਨੂੰ ਵੇੜ ਕੇ ਲਿਆ ਕੇ ਸੁਗੰਧੀਦਾਰ ਪਦਾਰਥਾਂ ਨੇ ਬਿਠਾਓ, तो ਉਹਨੂੰ ਆਖੋ ਭਲੀਏ ਬੜੇ ਸੁਗੰਧੀਦਾਰ ਪਦਾਰਥ ਨੇ, ਤੂੰ ਸੁਗੰਧੀ ਮਾਣ ਲਾ। ਤੇ ਜਿੱਥੇ ਅਤਰ ਫਲੇਲਾਂ ਛਿੜਕੀਆਂ ਹੋਣ, ਜਿੱਥੋਂ ਲਪਟਾਂ ਉੱਠਦੀਆਂ ਹੋਣ, ਜਿੱਥੇ ਬੜੀ ਮਹਿਕ ਆਉਂਦੀ ਹੋਵੇ, ਮੱਖੀ ਨੂੰ ਵੇੜ ਵੇੜ ਕੇ ਲਿਆ ਕੇ ਉੱਥੇ ਬਿਠਾਓ, ਉਹ ਉੱਥੇ ਨਹੀਂ ਟਿਕਦੀ। ਉਹ ਜਾਂਦੀ ਕਿੱਥੇ ਆ? ਭਾਈ ਗੁਰਦਾਸ ਸਾਹਿਬ ਕਹਿੰਦੇ ਗੰਦਗੀ ਦਾ ਢੇਰ ਹੋਵੇ ਤੇ ਮੱਖੀ ਨੂੰ ਕਦੇ ਕਿਸੇ ਨੇ ਟੈਲੀਗ੍ਰਾਮ ਕੀਤਾ, ਕਦੇ ਮੈਸੇਜ ਕੀਤਾ, ਕਦੇ ਕਾਲ ਕਰਕੇ ਫੋਨ ਕਰਕੇ ਆਖਿਆ ਵੀ ਇੱਥੇ ਗੰਦਗੀ ਦਾ ਢੇਰ ਹੈ। ਉਹ ਮੱਖੀਆਂ ਆਪਣੇ ਆਪ ਹੀ ਭਿਨਕ ਭਿਨਕ ਕਰਦੀਆਂ ਗੰਦਗੀ ਦੇ ਢੇਰ ਤੇ ਪਹੁੰਚ ਜਾਂਦੀਆਂ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੇ ਦੁਖੀ ਹੋਣ, ਸਤ ਸੰਗਤ ਦੇ ਅੰਟੀ ਲੋਕ ਹੋਣ, ਵਿਰੋਧੀ ਹੋਣ, ਉਹਨਾਂ ਨੂੰ ਸਾਧ ਸੰਗਤ 'ਚ ਲੈ ਆਓ ਤੇ ਉਹਨਾਂ ਦੇ ਕੀ ਅਸਰ ਹੁੰਦਾ ਹੈ? ਉਹਨਾਂ ਨੂੰ ਕੋਈ ਅਸਰ ਨਹੀਂ। ਉਹ ਆ ਕੇ ਕੀ ਕਰਨਗੇ? ਇਹ ਜੀ ਕੀ ਗਾਈ ਜਾਂਦੇ ਨੇ, ਆ ਤੇ ਲਗਾਤਾਰ ਬਾਣੀ ਪੜ੍ਹੀ ਜਾਂਦੇ ਨੇ, ਇੱਕ ਕਦੋਂ ਸਮਾਪਤੀ ਹੋਏਗੀ, ਕਦੋਂ ਵਾਪਸ ਘਰ ਮੁੜਾਂਗੇ, ਐਸੀਆਂ ਗੱਲਾਂ ਕਰਨਗੇ। ਔਰ ਉਹ ਸਾਧ ਸੰਗਤ ਵਿੱਚੋਂ ਨਿਰਮਲ ਹੋਣਾ ਸੀ, ਪਰ ਉਹ ਲੋਕ ਬਰਿਆਈ ਖਟਾਈ ਖੱਟ ਕੇ ਜਾਣਗੇ। ਉਹ ਇਸ ਤਰ੍ਹਾਂ ਹੈ ਜਿਵੇਂ ਭਾਈ ਸਾਹਿਬ ਕਹਿੰਦੇ ਹਾਥੀ ਨੂੰ ਮਲ ਮਲ ਕੇ ਮੁਹਾਵਤ ਨਹਾਵੇ, ਚੰਗੀ ਤਰ੍ਹਾਂ ਨਵਾਇਆ ਮਲ ਮਲ ਕੇ, ਉਹ ਜਦੋਂ ਬਾਹਰ ਨਿਕਲਦਾ ਹੈ ਆਪਣੀ ਸੁੰਡ ਵਗਾਉਂਦਾ ਹੈ, ਕੁਝ ਮਿੱਟੀ ਇਧਰ ਉੱਤੇ ਪਾ ਲਈ, ਕੁਝ ਇਧਰ ਉੱਤੇ ਸੁੱਟ ਲਈ। ਹਾਥੀ ਨੂੰ ਨਵਾਉਣ ਦਾ ਕੋਈ ਲਾਭ ਹੀ ਨਹੀਂ। ਐਸੇ ਬੰਦੇ ਨੂੰ ਵੇੜ ਕੇ ਸੰਗਤ 'ਚ ਲਾਇਆ, ਉਹ ਜਿਹੜਾ ਹੈ ਹੀ ਦੁਖੀ ਹੈ, ਉਹ ਤੇ ਸਾਧ ਸੰਗਤ ਵਿੱਚ ਵੀ 100 ਕੁਣਛਾਂ ਕੱਢੇਗਾ, ਉਹ ਤੇ 100 ਬਦਖੁੰਝੇ ਖੜੀਆਂ ਕਰਦਾ ਹੈ। ਆ ਕਿਵੇਂ ਹੈ ਜੀ, ਆਓ ਕਿਵੇਂ ਹੈ ਜੀ, ਉਹ ਸੰਗਤ ਤੇ ਊਂਜਾ ਕੱਸੀ ਜਾਏਗਾ। ਭਾਈ ਗੁਰਦਾਸ ਸਾਹਿਬ ਦਾ ਕਥਨ ਹੈ, ਉਹ ਕਹਿੰਦੇ ਮਾਨਸਰ ਪਰ ਜਾਓ ਬੈਠਾਈਆ ਲੈ ਜਾਏ ਬੱਗ, ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ। ਮਾਨਸਰ ਪਰ ਜਾਓ ਬੈਠਾਈਆ ਲੈ ਜਾਏ ਬੱਗ, ਬੱਗ ਕਹਿੰਦੇ ਬਗਲੇ ਨੂੰ। ਹੰਸ ਜਿਸ ਝੀਲ ਤੇ ਰਹਿੰਦੇ ਨੇ, ਉਸ ਮਾਨ ਸਰੋਵਰ ਝੀਲ ਤੇ ਬਗਲੇ ਨੂੰ ਲੈ ਜਾਓ, ਉਹਨੂੰ ਧੱਕੇ ਨਾਲ ਵੇੜ ਕੇ ਉੱਥੇ ਬਹਾ ਦਿੱਤਾ। ਤੇ ਭਾਈ ਸਾਹਿਬ ਕਹਿੰਦੇ ਹੋਇਆ ਕੀ? ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ। ਕਹਿੰਦੇ ਕੀਮਤੀ ਮੋਤੀ ਹੀਰੇ ਨਹੀਂ ਚੁਗਦਾ, ਬਗਲਾ ਤੇ ਡੱਡੀਆਂ ਮੱਛੀਆਂ ਲੱਭ ਲੱਭ ਕੇ ਖਾਂਦਾ। ਦੂਜੀ ਗੱਲ ਕਹਿੰਦੇ ਵਿਆਖਿਆ ਮੈਂ ਕਰ ਦਿੱਤੀ ਹੈ,
ਅਸਤਨ ਪਾਨ ਕਰਬੇ ਕਉ ਜੋ ਲਗਾਈਐ ਜੋਗ ਪੀਅਤ ਨਾ ਪੈ ਲੈ ਲੋਹੁ ਵਚੈ ਆਘਾਤ ਹੈ। ਕਹਿੰਦੇ ਲਵੇਰੀ ਦੇ ਥਣਾ ਨਾਲ ਕਿਸੇ ਭਲੇ ਪੁਰਖ ਨੇ ਜੋਗ ਨੂੰ ਚੁੱਕਿਆ ਤੇ ਆਖਿਆ ਚਮੇੜ ਦਿਆਂ ਤਨ ਵਿੱਚੋਂ ਤੇ ਲਹੂ ਪੀਂਦੀ ਹੋ ਸਕਦਾ ਹੈ। ਲਵੇਰੀ ਦੇ ਬਹਾਨੇ ਨੂੰ ਲੱਗੀ ਤੇ ਇਹਦੇ 'ਚ ਕਿਤੇ ਦੁੱਧ ਹੀ ਪੀ ਲਵੇ। ਤੇ ਭਾਈ ਸਾਹਿਬ ਕਹਿੰਦੇ ਪੀਅਤ ਨਾ ਪੈ, ਪੈ ਮੀਨਜ਼ ਦੁੱਧ, ਉਹ ਦੁੱਧ ਨਹੀਂ ਪੀਂਦੀ। ਲੈ ਲੋਹੁ ਅਚੈ ਆਘਾਤ ਹੈ, ਉਹ ਲਹੂ ਪੀਂਦੀ, ਖੂਨ ਪੀਂਦੀ ਹੈ। ਤੀਜੀ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਬੜੇ ਸੁਗੰਧੀਦਾਰ ਪਦਾਰਥ ਛਿੜਕੇ ਹੋਣ, ਮੱਖੀ ਉੱਥੇ ਬਿਠਾਇਆ ਵੀ ਨਹੀਂ ਜੇ ਬਹਿੰਦੀ। ਕਹਿੰਦੇ ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ, ਬੜੀ ਜ਼ਿਆਦੀ ਕਿਤੇ ਬਦਬੂ ਹੋਵੇ, ਮੈਲਾ ਕੁਚੈਲਾ ਥਾਂ ਉੱਥੇ ਮੱਖੀ ਪੁੱਗ ਕੇ ਪਹੁੰਚ ਜਾਂਦੀ। ਮਾੜੀ ਫਿਦਰਤ ਵਾਲੇ ਲੋਕ ਜਿਹੜੇ ਨਿੰਦਕ ਨੇ ਉਹਨਾਂ ਨੂੰ ਆ ਕੇ ਸੰਗਤ ਵਿੱਚ ਭਾਓ, ਇੱਥੇ ਭਾਇਆ ਵੀ ਨਹੀਂ ਬਹਿਣਗੇ, ਇੱਥੇ ਬਿਠਾਇਆ ਵੀ ਨਹੀਂ ਬਹਿੰਦੇ। ਤਾਂ ਮਾੜੀਆਂ ਚੰਗੀਆਂ ਗੱਲਾਂ ਬਾਤਾਂ ਇੱਧਰ ਉੱਧਰ ਕਿਤੇ ਚੱਲਦੀਆਂ ਹੋਣ ਤੇ ਉੱਥੇ ਪੁੱਗ ਕੇ ਪਹੁੰਚਦੇ, ਫਲਾਣੇ ਉਹ ਕੌਣ ਖਲੋਤੇ ਆ, ਉਹਨਾਂ ਦੀ ਟੋਲੀ 'ਚ ਬੜੀ ਛੇਤੀ ਰਲਦੇ ਆ। ਮੱਖੀ ਵਾਲਾ ਸੁਭਾਅ ਹੈ। ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਤੇ ਅਗਲੀ ਗੱਲ ਕਹੀ, ਆਖਿਆ ਜੈਸੇ ਗੱਜ ਮੱਜਨ ਕੈ ਡਾਰਤ ਹੈ ਸ਼ਾਰ ਸਿਰ। ਧਿਆਨ ਦਿਆ ਇਸ ਸਤਸੰਗ। ਜੈਸੇ ਗੱਜ ਮੱਜਨ ਕੈ ਡਾਰਤ ਹੈ ਸ਼ਾਰ ਸਿਰ ਸੰਤਨ ਕੈ ਦੁਖੀ ਸੰਤ ਸੰਗ ਨਾ ਸੁਹਾਤ ਹੈ। ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਹੋਵੇ, ਮੁਹਾਵਤ ਨੇ ਮਲ ਮਲ ਕੇ ਨਵਾਇਆ, ਜਦੋਂ ਬਾਹਰ ਨਿਕਲਦਾ ਨਦੀ ਚੋਂ ਮਿੱਟੀ ਇਕੱਠੀ ਕਰਦਾ ਤੇ ਆਪਣੇ ਸਿਰ 'ਚ ਪਾ ਲੈਂਦਾ। ਰੱਬ ਦੇ ਪਿਆਰਿਆਂ ਦੀ ਸੰਗਤ ਜੁੜੀ ਹੋਵੇ, ਐ ਨਾਮ ਬਾਣੀ ਦੀ ਵਰਖਾ ਹੁੰਦੀ ਹੋਵੇ, ਮਾੜੀ ਫਿਦਰਤ ਵਾਲਾ ਬੰਦਾ ਲੈ ਆਓ, ਉਹ ਰੱਬ ਦੇ ਪਿਆਰਾਂ ਪਾਸੋਂ ਹਰ ਜਸ ਨਹੀਂ ਸੁਣਦਾ। ਉਹ ਗੁਰੂ ਘਰ ਦੇ ਸਤ ਸੰਗੀਆਂ ਕੋਲੋਂ ਨਾਮ ਬਾਣੀ ਨਹੀਂ ਜੇ ਸੁਣਦਾ, ਉਹਨੂੰ ਉਹਨਾਂ ਦੀ ਸੰਗਤ ਚੰਗੀ ਨਹੀਂ ਲੱਗਦੀ। ਜਿਨ੍ਹਾਂ ਦਾ ਮਨ ਜੁਆਰੀਆਂ ਵਿੱਚ ਹੈ, ਜਿਨ੍ਹਾਂ ਦਾ ਮਨ ਨਸ਼ਿਆਂ ਵਿੱਚ ਹੈ, ਉਹਨਾਂ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਨਹੀਂ ਚੰਗੀ ਲੱਗਦੀ। ਜਿੱਥੇ ਚਾਰ ਨਸ਼ੇੜੀ ਹੋਣਗੇ ਉੱਥੇ ਪਹੁੰਚੇਗਾ। ਨਿੰਦਕ ਬੰਦੇ ਨੂੰ ਸੰਗਤ ਚੰਗੀ ਨਹੀਂ ਲੱਗਦੀ, ਸਾਧ ਸੰਗਤ ਨਹੀਂ ਪਾਉਂਦੀ। ਉਹ ਜਿੱਥੇ ਚਾਰ ਨਿੰਦਿਆ ਕਰਨ ਵਾਲੇ ਹੋਣਗੇ ਉੱਥੇ ਬੜੇ ਉਚੇਚੇ ਤੌਰ ਤੇ ਪਹੁੰਚਦਾ ਹੈ। ਪਰ ਰੱਬ ਦੇ ਪਿਆਰਿਆਂ ਕੋਲ ਸ਼ਮਤਾ ਕੀ ਹੁੰਦੀ ਹੈ? ਥੋੜੇ ਦਿਨ ਪਹਿਲਾਂ ਕਿ ਸੱਜਣ ਨਾਲ ਵਿਚਾਰ ਹੋ ਰਹੀ ਸੀ, ਉਹ ਕਹਿੰਦੇ ਜੀ ਫਲਾਣੇ ਮਹਾਂਪੁਰਖ ਸਾਡੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਕੋਈ ਰੋਗ ਸੀ, ਬੜਾ ਇਲਾਜ ਕਰਾਇਆ। ਉਹ ਸਤਿਪੁਰਖਾਂ ਨੂੰ ਆਖਿਆ ਜੀ ਡਾਕਟਰਾਂ ਦੇ ਜਵਾਬ ਦੇ ਦਿੱਤਾ ਹੈ। ਮਹਾਂਪੁਰਖਾਂ ਨੂੰ ਕਿਹਾ ਜੀ ਡਾਕਟਰਾਂ ਜਵਾਬ ਦੇ ਦਿੱਤਾ ਹੈ, ਮਹਾਰਾਜ ਸੋਧੀ ਦਿਓ, ਹੁਣ ਕੀ ਕਰੀਏ? ਤੇ ਸਾਧੂ ਪੁਰਖ ਕਹਿੰਦੇ ਉਹ ਜਿਹੜਾ ਫਲਾਣਾ ਵੈਦ ਹੈ ਨਾ, ਉਹਦੇ ਕੋਲ ਦਵਾਈ ਲਵੋ। ਕਹਿੰਦੇ ਅਸੀਂ ਮੰਨ ਕੇ ਉੱਥੇ ਚਲੇ ਗਏ। ਕਹਿੰਦੇ ਭਾਈ ਸਾਹਿਬ ਉਹਨਾਂ ਨੇ 2-4 ਸੁਆਹ ਵਰਗੀਆਂ ਪੁੜੀਆਂ ਦਿੱਤੀਆਂ, ਨਹੀਂ ਰੱਬ ਦੇ ਪਿਆਰਿਆਂ ਨੇ ਮਹਾਂਪੁਰਖਾਂ ਵਚਨ ਕੀਤਾ ਹੈ। ਉਹ ਜਿਹਨੂੰ ਕਹਿੰਦੇ ਸੁਆਹ ਦੀ ਚੁੰਡੀ ਤੋਂ ਆਰਾਮ ਆ ਜਾਣਾ, ਉਹ ਐ ਮਿੱਟੀ ਇਕੱਠੀ ਕਰਕੇ ਮਨ ਨੂੰ ਜਿਵੇਂ ਦੇ ਦਿੱਤੀ। ਉਹ 2-4 ਪੁੜੀਆਂ ਖਾਧੀਆਂ ਤੇ ਕਹਿੰਦੇ ਜਿਹਨੂੰ ਡਾਕਟਰ ਕਹਿੰਦੇ ਸੀ ਨਾ ਇਲਾਜ ਕੋਈ ਨਹੀਂ, ਉਹ ਬਿਲਕੁਲ ਤੰਦਰੁਸਤ ਹੈ। ਹੁਣ ਉਹ ਟੈਸਟ ਕਰਾਉਂਦੇ ਆ, ਉਹ ਡਾਕਟਰ ਪੁੱਛਦਾ ਹੈ ਵੀ ਉਹ ਬਿਮਾਰੀ ਕਿੱਧਰ ਗਈ, ਤੁਸੀਂ ਕਿਹੜੀ ਦਵਾਈ ਕੀਤੀ ਹੈ?
ਤੇ ਕਹਿੰਦੇ ਮੁੜ ਕੇ ਕਈ ਪਰਿਵਾਰਾਂ ਨੂੰ ਉੱਥੇ ਭੇਜਿਆ ਬਈ ਉਹ ਵੈਦ ਬੜਾ ਸਿਆਣਾ ਹੈ, ਉਹ ਡਾਕਟਰ ਬੜਾ ਚੰਗਾ ਹੈ। ਕਹਿੰਦੇ ਕਈਆਂ ਨੂੰ ਭੇਜਿਆ, ਹੁਣ ਕੋਈ ਵੀ ਪੀੜਾ ਕਿਸੇ ਦੀ ਦੂਰ ਨਹੀਂ ਹੁੰਦੀ ਪਈ। ਜਿੰਨੇ ਭੇਜੇ ਉਹ ਕਹਿੰਦੇ ਸਮਾਂ ਹੀ ਬਰਬਾਦ ਹੋਇਆ, ਉਹ ਵੈਦ ਕੋਲ ਤਾਂ ਕੱਖ ਵੀ ਨਹੀਂ। ਅਸਲ ਵਿੱਚ ਵੈਦ ਦੀ ਦਵਾਈ ਦੇ ਵਿੱਚ ਕੋਈ ਤਾਕਤ ਨਹੀਂ ਸੀ, ਸਤਿਪੁਰਖ ਮਹਾਂਪੁਰਖ ਸੰਤ ਜਨ ਦੇ ਬੋਲ ਵਿੱਚ ਤਾਕਤ ਸੀ। ਗੁਰੂ ਨੇ ਆਖਿਆ ਵੀ ਆ ਫੜ, ਇਸ ਵਸਤੂ ਨੂੰ ਛਕ ਲਾ ਤੇ ਰੁੱਝ ਪੀੜਾ ਦੂਰ ਹੋ ਜਾਏਗੀ। ਖਿੰਨ ਵੀ ਨਹੀਂ ਲੱਗਾ। ਮੇਰਾ ਦੂਜਾ ਵਿਸ਼ਾ ਹੈ ਬਚਪਨ ਦੀ ਅਵਸਥਾ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਚੂਨਾ ਮੰਡੀ ਲਾਹੌਰ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਆਪ ਜੀ ਦਾ ਪ੍ਰਕਾਸ਼ ਹੋਇਆ। ਚੂਨਾ ਮੰਡੀ ਲਾਹੌਰ ਸਨ 1534। ਗੁਰੂ ਰਾਮਦਾਸ ਮਹਾਰਾਜ ਸਨ 1534 ਵਿੱਚ ਪ੍ਰਕਾਸ਼ ਹੈ। 1574 ਨੂੰ ਉਹਨਾਂ ਨੂੰ ਗੁਰਤਾ ਗੱਦੀ ਦਾ ਤਖਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਿਲਿਆ ਤੀਜੇ ਪਾਤਸ਼ਾਹ ਜੀ ਪਾਸੋਂ। ਤੇ 1581 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਵਨ ਕਰਦੇ। 1534 ਤੋਂ ਲੈ ਕੇ ਤੇ 81 ਤੱਕ ਜੀਵਨ ਹੈ, 47-48 ਵਰੇ ਹੈ। ਬਹੁਤ ਵੱਡੀਆਂ ਰਹਿਮਤਾਂ ਬਖਸ਼ਾਂ ਨੂੰ ਹਾਸਲ ਕੀਤਾ। ਇਹ ਵਿਖਾਇਆ ਹੈ ਅੱਜ ਜੇਕਰ ਤੂੰ ਆਪਣੇ ਜੀਵਨ ਵਿੱਚ ਸਿੱਖਾ ਕੁਝ ਖੱਟਣਾ ਚਾਹੁੰਦਾ ਹੈ, ਗੁਰੂ ਨੂੰ ਇਸ ਤਰ੍ਹਾਂ ਸੇਵੀ, ਐ ਗੁਰੂ ਦੇ ਚਰਨਾਂ ਦੀ ਟਹਿਲ ਕਰੀ, ਗੁਰੂ ਕੇ ਬਚਨ ਵਿੱਚ ਚੱਲੀ, ਬਾਣੀ ਤੇ ਬਾਣੇ ਦਾ ਧਾਰਨੀ ਹੋਵੀ, ਅੱਠੋ ਪੈਰ ਸੇਵਾ 'ਚ ਜੁੜੀ, ਗੁਰੂ ਤੈਨੂੰ ਆਪਣੇ ਨਿੱਜ ਘਰ ਵਿੱਚ ਬਿਠਾ ਲੈਂਦਾ। ਇੱਕ ਬਚਨ ਗੁਰੂ ਸਾਹਿਬ ਨੇ ਬਾਣੀ 'ਚ ਆਖਿਆ ਹੈ, ਦੁੱਖ ਦਾਰੂ ਸੁਖ ਰੋਗ ਪਿਆ। ਉਹ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨਾਲ ਢੁਕਦਾ ਜੇ। ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਬਚਪਨ ਸੀ, ਅਜੇ 7 ਕੁ ਸਾਲ ਦੀ ਉਮਰ ਸੀ ਤੇ ਮਾਤਾ ਜੀ ਚੜ੍ਹਾਈ ਕਰ ਗਏ। ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਭਾਈ ਜੇਠੇ ਦੇ ਰੂਪ ਵਿੱਚ ਨੇ ਬਾਬਾ ਹਰਦਾਸ ਜੀ ਦੇ ਘਰ ਵੱਡਾ ਪੁੱਤਰ ਹੋਇਆ, ਨਾਮ ਰੱਖਿਆ ਜੇਠਾ। ਛੋਟਾ ਇੱਕ ਪੁੱਤਰ ਹੋਰ ਸੀ, ਨਾਮ ਦਿਆਲ ਦਾਸ ਸੀ। ਇੱਕ ਛੋਟੀ ਭੈਣ ਹੋਈ, ਨਾਮ ਰਮਦਾਸੀ ਹੋਇਆ। 3 ਭੈਣ ਭਰਾ ਨੇ। ਬਚਪਨ ਵਿੱਚ ਮਾਤਾ ਚੜ੍ਹਾਈ ਕਰ ਗਈ। ਭਾਈ ਜੇਠਾ ਮਾਂ ਦੇ ਨਿੱਘ ਤੋਂ ਵਿਰਵੇ ਰਹਿ ਗਏ। ਅਜੇ ਪਿਤਾ ਜੀ ਦੇ ਪਾਸੋਂ ਬਾਬਾ ਹਰਦਾਸ ਜੀ ਦੇ ਕੋਲੋਂ ਮਾਂ ਵਾਲਾ ਨਿੱਘ, ਉਹ ਮਮਤਾ, ਉਹ ਪਿਆਰ ਮੰਨਣਾ ਸ਼ੁਰੂ ਕੀਤਾ ਸੀ। ਕਰਤੇ ਨੂੰ ਇਹ ਵੀ ਨਾ ਪਾਇਆ ਤੇ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਪਿਤਾ ਜੀ ਵੀ ਚੜ੍ਹਾਈ ਕਰ ਗਏ, ਆਪ ਯਤੀਮ ਹੋ ਗਏ। ਅਸੀਂ ਕਹਿੰਦੇ ਸਾਨੂੰ ਬੜੇ ਵੱਡੇ ਦੁੱਖ। ਗੁਰੂ का जीवन काल वेखो। गुरु रामदास महाराज 7 साल की उम्र माता पिता चढ़ाई कर गए। ਜਿਹੜੀ उम्र खेडन मलन की हुंदी है, खिडौणियां ना मननी सी, उस अवस्था विच गुरु रामदास महाराज चौथे पातशाह जी नूं अपने एक छोटे भरा, एक छोटी भैन का बोझ उठाना पिया। ਇਹੋ ਜਿਹਾ ਸਮਾਂ ਰੱਬ ਨਾ ਕਰੇ ਬਣ ਜਾਏ, ਬੱਚਾ ਯਤੀਮ ਹੋ ਜਾਏ, ਉਹ ਚੋਰ ਬਣ ਜਾਂਦਾ ਹੈ, ਉਹ ਠੱਗੀਆਂ ਕਰੇਗਾ। ਪਰ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਬਚਪਨ ਵਿੱਚ ਕਿਰਤ ਹੱਥੀ ਇਹ ਕਾਰ ਆਰੰਭ ਕੀਤੀ। ਨਾਨੀ ਮਾਂ ਬਾਸਰ ਕੇ ਨਗਰ ਸੀ, ਉੱਥੋਂ ਚੱਲ ਕੇ ਲਾਹੌਰ ਆ ਗਏ। ਆਪਣੇ ਧੀ ਤੇ ਜਵਾਈ ਦੀ ਇਹ ਸੰਤਾਨ, ਇਹ 3 ਬੱਚੇ, ਬਜ਼ੁਰਗ ਮਾਂ ਸਹਾਰਾ ਬਣੀ। ਧਿਆਨ ਦਿਓ,
दो उम्रां ऐसियां ने जिहड़ियां सहारा भालदियां ने, एक बचपन एक बजुर्गी की अवस्था। पर इत्थे गुरु रामदास महाराज सोढ़ी सुल्तान पातशाह जी दे नानी जी भी बजुर्ग ने ते आप सतगुरु पातशाह भी बचपन में ने। एक बचपन दूजे बजुर्गी का सहारा बनया, बजुर्गी बचपन का सहारा बनती है। समा अपनी चाल चलिया, लाहौर गुजारा ना होया ते नानी मां ने गुरु रामदास महाराज जी नूं उंगल लाया ते अपने नगर बासर के लै आए। श्री अमृतसर साहब जिला पैंदा। बासर के नगर गुरु अमरदास महाराज तीजे पातशाह जी का नगर है। इधर भाई जेठा घुंगणियां लांदे ने, घुंगणियां दी छाबी ला के परिवार का गुजारा चलाउंदे है। मां घुंगणियां उबाल देंदी, दादी तोड़ नानी तोड़ देंदे ते आप जी घुंगणियां वेच के परिवार का गुजारा चलाउंदे। साखी है लाहौर गुजारा ना चलिया ते नानी मां अपने नगर बासर के ले आई। किरत आप जी ने इत्थे भी घुंगणियां दी रखी। एक दिन नानी मां ने घुंगणियां बना के छाबा भाई जेठे दे सिर ते रखिया। आख्या जा बेटा बेच के आओ, कुछ वटक होएगी, घर का गुजारा चलेगा। गुरु रामदास महाराज नन्नी जी अवस्था 7-8 साल दी, निक्के निक्के हत्थां नाल छाबा सिर ते रखिया है। घुंगणियां वेचदे ने, कोई घुंगणियां लै लो। एक वो रब दा फकीर वो गली विच वो मिल गया, कहंदा बेटा भुख बहुत लगी है पर मेरे पास पैसे नहीं हैं, छकण वास्ते कुछ घुंगणियां दे, पर मेरे कोल माया नहीं, पैसे नहीं। ते शाबा रख लिया। बड़ी लियाकत, बड़ा सहज है गुरु रामदास महाराज के जीवन में। आप जी ने शाबा रखिया, निक्का जा बुक भरिया ते फकीर बाबे दे बुक विच नसार दिता। आख्या लो बाबा जी छक लो, पैसे नहीं हैं, कोई गल नहीं। फकीर बहुत भुखा सी, जल्दी नाल छक गया ते आख्या बेटा भुख अजे बुझी नहीं। दूजा बुक फिर भरिया, फकीर बाबे दे बुक विच फिर पा दिता, वो भी छक गया। तीजी बार उन्हें बुक फिर अगे कीता। गुरु रामदास महाराज फिर उवें कर दे तो फकीर बाबे ने हार के ये क्या कहंदे, बेटा तेरे हाथ छोटे ने, तेरा बुक छोटा है, मेरे पेट की भुख वड्डी है, तेरे बुक नाल दित्या मैं रजना नहीं, मैं एवें नहीं रज सकांगा। ते आप जी ने पूरे दी पूरी छाबी उस दरवेश फकीर दे अगे धर दी। आख्या बाबा तुसी रज के छको, जिन्ना चित करदा उन्ने छक लो। वो छेती छेती सारियां घुंगणियां छक गया। छाबा बिल्कुल वेला हो गया। छाबा झाड़िया। गुरु रामदास महाराज बचपन फकीर नूं मत्था टेकिया ते घर आ गए। नानी मां ने आउंदे तकिया है, आख्या जेठिया बेटा अज ते घुंगणियां बड़ी छेती वेग गईयां, अज ते बड़ी छेती मुड़ आया। लिया पुत्र किन्नी वटक होई है, अज दा आटा दाल लियाउणा, लियाओ किन्ने पैसे वटे जे। तो गुरु रामदास महाराज सोढ़ी सुल्तान पातशाह भाई जेठा जी मुस्कुरा के कहन लगे, नानी मां अज घुंगणियां सारियां एक फकीर नूं छकाया,
ਅੱਜ ਰੱਬ ਦੇ ਪਿਆਰੇ ਦੀ ਸੇਵਾ ਕਰ ਦਿੱਤੀ। ਕੋਈ ਫਕੀਰ ਬਹੁਤ ਭੁੱਖਾ ਸੀ, ਮੈਂ ਘੁੰਗਣੀਆਂ ਦੇਦਾ ਰਿਹਾ, ਉਹ ਛਕੀ ਗਿਆ, ਉਹ ਸਾਰਾ ਛਾਬਾ ਹੀ ਛਕ ਗਿਆ। ਅੱਜ ਰੱਬ ਦਾ ਦਿੱਤਾ ਹੋਇਆ ਰੱਬ ਦੇ ਦਰਵੇਸ਼ ਦੇ ਲੇਖੇ ਲਾ ਦਿੱਤਾ। ਨਾਨੀ ਮਾਂ ਗੁੱਸੇ ਨਹੀਂ ਹੋਈ, ਹੱਥ ਜੋੜੇ ਤੇ ਆਖਿਆ, ਐ ਕਰਤੇ ਪਰਮੇਸ਼ਰ ਵਾਹਿਗੁਰੂ, ਜੇ ਇਸ ਬੱਚੇ ਨੂੰ ਹਿਰਦਾ ਵੱਡਾ ਦਿੱਤਾ ਹੈ, ਇਹਨੂੰ ਵਰਤਾਉਣ ਵਾਲਾ ਹੀਆ ਐਡਾ ਵੱਡਾ ਦਿੱਤਾ ਹੈ, ਤੇ ਫਿਰ ਇਹਨੂੰ ਖੀਸਾ ਵੀ ਐਡਾ ਵੱਡਾ ਦੇ। ਇਹ ਵੰਡਦਾ ਰਹੇ, ਇਹ ਵਰਤਾਉਂਦਾ ਰਹੇ, ਤੇ ਕਦੇ ਤੋਟ ਨਾ ਆਵੇ। ਵਿਦਵਾਨ ਪੁਰਖ ਕਹਿੰਦਾ ਹੈ, ਪਤਾ ਨਹੀਂ ਨਾਨੀ ਮਾਂ ਦੀ ਗੱਲ ਨੂੰ, ਉਹਦੇ ਸਬੋਲ ਨੂੰ ਕਰਤੇ ਪਰਮੇਸ਼ਰ ਨੇ ਕਿੰਨਾ ਕੁ ਨੇੜੇ ਹੋ ਕੇ ਸੁਣ ਲਿਆ। ਅੱਜ ਗੁਰੂ ਰਾਮਦਾਸ ਮਹਾਰਾਜ चौथे पातशाह सोढ़ी सुल्तान दीन दुनी के मालिक गुरु रामदास महाराज की नगरी श्री अमृतसर साहब बड़ी वड्डी तादाद विच लंगर चलते हैं। तो आप जी सारे संगतां पढ़ते हो, अज तां नैट का जमाना है, किन्ने हज़ारां किन्ने लखां रोज़ ही गुरु रामदास महाराज के घर विचों लंगर छकदे, टोटा नहीं है। पता नहीं नानी दी बात नूं करते परमेश्वर ने किन्ना कु नेड़े होके सुनिया। जिड्डा वड्डा हिरदा सी गुरु रामदास महाराज जी दा, ओडा वड्डा ही फल मिलिया। अज ये कहावत है कि श्री अमृतसर साहब की धरती ते कोई भुखा नहीं सौंदा, क्योंकि उत्थे गुरु रामदास महाराज जी दे लंगर वरतदे हन। इधर साखी वरती कि गुरु अमरदास महाराज तीजे पातशाह गुरु अंगद देव महाराज दे हजूर सेवा कमा रहे सन। उन्हां दी घालना थाए पई ते आप जी नूं दूजे पातशाह जी ने तखत दे के तीजे पातशाह धन धन साहब श्री गुरु अमरदास महाराज जी थाप दिता। गुरु अमरदास महाराज दा सारा परिवार बासर के नगर रहिंदा सी। जदों तखत मिलिया, वड्याई मिली, गुरु अमरदास महाराज जी बासर के नगर तो उठ के गोइंदवाल साहब दूजे पातशाह गुरु अंगद देव महाराज जी की रहमत के सदका वरोस आया सी। गुरु अमरदास महाराज जी ने ये नगर वसिया, तो बासर के तो उठ के तकरीबन लोग सारे महाराज जी का परिवार जिन्ना सी वो गोइंदवाल साहब की धरती ते आ गए। किस्मत का बूहा खुलिया। छोटा जा भाई जेठा गुरु रामदास महाराज ते नानी मां वो भी इस संगत दे नाल श्री गोइंदवाल साहब आ गए। किरत हुण भी घुंगणियां दी करदे है, पर हुण सेवा विच जुट गए। इत्थे गुरु घर दीयां सवावां चलदियां। गोइंदवाल साहब की धरती ते बौली साहब की उसारी हो रही है। गुरु घर दे विच बड़ियां इमारतां दी सेवा चल रही है। नगर नूं वरोसाया जा रहा सी ते भाई जेठा छाबी लाउंदे ते नाल नाल गुरु घर विच सेवा करदे। हौली हौली छाबी छड्ड दित्ती, गुरु के घर दे सेवादार होके रह गए। साध संगत जी, समा आया, गुरु अमरदास महाराज जी बहुत ही प्रसन्नता देंदे भाई जेठे नूं नवाज दे। बौली की सेवा चल रही, सिर ते टोकरा चुक्या होया मिट्टी का, कड़ कड़ के मिट्टी बाहर सुट रहे सन, मड़ासा मारिया होया। ते भाई जेठा जी कोलों लंघे ते गुरु अमरदास महाराज थोड़े थोड़े सर्दी के दिन गुजरे सन। मिठी मिठी धुप सी ते विहड़े विच आसन डाह के बैठे सी। कोल सत्कारयोग गुरु के महल आ गए। माता मनसा देवी जी आ गए, तीजे पातशाह दे पत्नी, ते उन्हां आके बेनती की, महाराज अपनी बच्ची बीबी भानी विआहण योग हो गई है, कोई वर वेखो। ध्यान दिया जी साध संगत जी, गुरु अमरदास महाराज जी दे दो पुत्र ने, बाबा मोहन ते बाबा मोरी जी।
दो पुत्रियां सन, बीबी दानी जी, बीबी भानी जी। गुरु रामदास महाराज दे 3 पुत्र सन, बाबा पिरथी चंद जी, बाबा महादेव ते सब तो छोटे श्री गुरु अर्जन देव महाराज जो 5वें पातशाह हुए। इधर साखी वरती, अज किस्मत दा बूआ खुला, सिर ते टोकरा चुकिया, भाई जेठा कोल दे निकल रहे सन। सामने निकलदियां ते माता जी ने बचन किया, गुरु अमरदास महाराज जी भानी जवान हो गई है, कोई जोग वर लभो, बच्ची का नाता कर दईए। तो गुरु अमरदास महाराज जी कहते फिर जी जेड़ा वर वेखना किस तरह का होवे, बच्चा किस तरह का टोलना है। तो माता मनसा देवी जी गुरु का परिवार गुरु अमरदास महाराज जी दे महल लंघ रहे भाई जेठे कोलों, ते कहंदे ऐस बच्चे वर्गा होवे, जेड़ा आपां बच्चा टोलना है, वर वेखना है, बच्ची वास्ते इहो जिहा होना चाहिए। ते गुरु अमरदास महाराज ने रहमत की, आख्या इहो जिहा ते फिर मनसा देवी जी यही है, इहो जिहा क्यों, ये क्यों नहीं। माता जी ने थोड़ा जिहा ये कहा जी ये तुहाडे चरणों 'च सेवा करदा है, भाई जेठे नूं आपां निजी तौर ते जानदे नहीं, आपां इन्हां नूं पहचानदे नहीं, इहदा घर घाट की है, अगला पिछला पासा की है, माता पिता कौन हन कोई नहीं जानते। 2-3 गल्लां ते जरूरी हुंदियां, बच्चा रहन वसेबा किवें दा करदा है, माता पिता ओदी काश्त ओदी आमदन की है, ये सानू इन्हां बारे कुछ पता नहीं। ते गुरु अमरदास महाराज जी तुठे, कोई सिख सेवा दा करे साध संगत जी, गुरु झोलियां भर दिंदा जी। एक बचन है गुरु ग्रंथ साहिब महाराज की बाणी का, साहब कहते हैं कोई पुत सिख सेवा करे पूरे सतगुरु की, कोई सेवादार बन के कोई गुरु का पुत्र बन जाए, पुत्र भी होए ऐसे भी होए जिन्होंने गुरु साहब ने आख्या भी पुत्री कौल ना पालियो कर पीरो कर मुरटिया, ते ऐसे भी होए गुरु अर्जन देव महाराज जी वर्गे दिन रात पिता गुरु रामदास महाराज की सेवा विच सिमरन विच सारा जीवन लाता। महाराज ने तख्त दे के 5वें पातशाह थाप दिता। सेवा नूं भाव लगा, अज भाग लगा, रहमत होई ते गुरु रामदास महाराज सोढ़ी सुल्तान पातशाह ते कृपा हुई। माता जी ने आख्या इन्हां बारे कुछ पता होवे, ते गुरु अमरदास महाराज कहंदे इन्हां दे माता पिता असीं हां। गुरु अमरदास महाराज इन्हां दे माता पिता ने, इन्हां दी संपत्ति, इन्हां दी आमदन, इन्हां दा रोजगार की गुरु अमरदास महाराज ने। इन्हां दा घर गुरु अमरदास महाराज का घर गोइंदवाल साहब है। तुहानू कोई शंका होवे ते होर दसो। माता जी ने सिर झुकाया, शीस झुका दिता। धन धन साहब श्री गुरु अमरदास महाराज तीजे पातशाह ने अपनी बच्ची बीबी भानी का नाता धन धन साहब श्री गुरु रामदास महाराज ने कर दिता। अज इशनान करा के बच्ची का शगन किया, गुरमत की रहनी विच बच्ची नूं धी नूं गुरु रामदास महाराज के पल्ले ला दिता। भाई जेठा जी गुरु रामदास महाराज ये नहीं कि असी तो गुरु घर के जवाई हो गए, नहीं, वो होर भावना विच प्रेम विच आ गए, होर सेवा गाढ़ी कर दी। जे किसी ने आखना भी तुसी तां गुरु घर दे जवाई हो, हुण सेवा क्यों करदे हो, हुण ते जथेदार होने चाहिए हो, ते आप जी ने आख्या नहीं, इस टोकरी विचों गुरु अमरदास महाराज ने अपना पुत्र बनाया। ये टोकरी ये घालना विचों सतगुरु कल्याणता करनगे, मैनूं ते उन्हां दे चरनां विच जुड़ना बन आउंदा है। अठों पैर सेवा सिमरन, बड़ियां वड्डियां रहमतां नियामतां गुरु अमरदास महाराज जी ने गुरु रामदास महाराज जी ते कीतियां। गोइंदवाल साहब का बड़ा प्यारा इतिहास है।
मैं इत्थों ही कल दे रोज़ लड़ी विच तुहाडे नाल सांझ करांगा। ये इस तरह नहीं हुंदा। अज भी किसी नाल बचन हो रहा सी सिंह नाल, मैं कहा गुरु साहब ने घल ना घाल के विखाई है। अज असी गुरु घर की टोकरी किन्नी ढोने आ, रहमतां नियामतां तां मंगदे खां, गुरु दे कोलों दातां ते मंगने आ, पर किन्ना कु गुरु नूं पूजने आ, गुरु दे घर की सेवा किन्नी करदी, बाणी किन्नी पढ़दे आ, नामी किन्ने को हाँ। साध संगत जी तुक मात्र भी नहीं, तुक मात्र भी साडा जीवन अच्छा नहीं है। गुरु साहबाना ने घाल घाली है। भाई जेठे दे रूप जेड़ा गुरु अमरदास महाराज दे घर दा बोझ, सतगुरां दे घर दी सेवा गुरु रामदास महाराज ने की, ऐसा कोई अज विखदा नहीं। असी बड़ी छेती रहमत मंगने। यतीम सन भाई जेठा, सेवा तो तुठे, धन गुरु अमरदास महाराज जी ने अपनी बच्ची का नाता करके घर दे जवाई बना लिया। होर सेवा गाढ़ी हुई कुछ साखियां तुहाडे नाल साझियां करांगा। ते गुरु अमरदास महाराज ने इत्थे बस नहीं, दो पुत्र बाबा मोहन ते बाबा मोरी जी, उन्हां सेवा नहीं की, भावना टहल नहीं कमाई, वो पिछे रह गए। ते आप जी ने तख्त भाई जेठा जी नूं दिता ते आख्या भी अज तो बाद तुसी धन धन रामदास गुर होए। भाई गुरदास साहब जी एक कसना कह के समाप्ति कर रहा। भाई गुरदास जी कहते ने दिच्चै पूर्व देवना, जिस दी वस्त तिसै कर आवे। ये पूर्वली खेड़ सी। गुरु अमरदास महाराज जी ने तख्त दिता गुरु रामदास महाराज जी नूं, ये अज दी बात नहीं। दिच्चै पूर्व देवना, जिस दी वस्त तिसै कर आवे। ते अगला बचन बड़ा प्यारा किया, सारी संगत पढ़ियो। भाई गुरदास जी कहते श्री अमृतसर साहब की धरती ते गुरु रामदास महाराज सोढ़ी सुल्तान सजे हुए ने ते सतगुरु अखवा रहे हैं। गुरु के सिखो श्री अमृतसर साहब जाइए, श्री हरमंदर साहब दे दर्शन करो ते भावना ये होवे, साडे च शरधा ये होवे, बैठा सोढ़ी पातशाह, बैठा सोढ़ी पातशाह जी, बैठा सोढ़ी, बैठा सोढ़ी पातशाह। रामदास सतगुरु कहावे, बैठा सोढ़ी पातशाह जी, बैठा सोढ़ी पातशाह, बैठा सोढ़ी, बैठा सोढ़ी पातशाह। अज गुरु रामदास महाराज की नगरी, उन्हां दे चरनां विच सारा संसार झुकदा है। गुरु रामदास महाराज जी तख्तां ते सुभाईमान ने, जिहड़े भावना ते शरधा नाल आउंदे है, गुरु उन्हां दे जीवन की कल्याणता कर दिंदा है। सतगुरु कृपा करन। अगलेरे समय वास्ते गुरमुख प्यारे आप जी नूं गुरबाणी कीर्तन द्वारा गुरु चरण अंदर जोड़ रहे हैं। बख्शिया होया समा संपूर्ण है। एक अनाउंसमेंट आई भी यूपी 31 B5 1971 ये गड्डी विचाले खलोती हुई है। वो कृपा करके रस्ते चो अपनी गड्डी हटाओ। UP 31 B5 1971। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। ये सन साडे सत्कारयोग भाई साहब भाई बलविंदर सिंह जी लुधियाने वाले, जो कि महापुरुषों के हुक्म